पेज नंबर 34 सैकेंड पैराग्राफ असी रीड कर चुके हैं कि ਉਹਨਾਂ ਦੇ ਵਿਚਕਾਰ ਲੜਾਈ ਹੋਈ ਤਾਂ ਸੰਜੀਵ ਨੇ ਪੁਲਿਸ ਨੂੰ ਬੁਲਾ ਲਿਆ। ਸਿਰਫ ਕਾਰਨ ਕੀ ਸੀ ਕਿ ਉਹ ਆਪਣੀ 500 ਲੀਟਰ ਦੀ ਟੈਂਕੀ ਹਟਾ ਕੇ ਉੱਥੇ 1000 ਲੀਟਰ ਦੀ ਟੈਂਕੀ ਜਿਹੜੀ ਸੀ ਲਗਵਾਉਣਾ ਚਾਹੁੰਦੇ ਸਨ, ਵੰਦਨਾ ਤੇ ਉਸਦਾ ਪਤੀ। ਭਾਵੇਂ ਉਹਨਾਂ ਦਾ ਸਮਝੌਤਾ ਹੋ ਗਿਆ, ਦੋਵਾਂ ਨੇ ਪੁਲਿਸ ਦੇ ਸਾਹਮਣੇ ਹੱਥ ਮਿਲਾ ਲਏ ਸਨ, ਪਰ ਉਹਨਾਂ ਦੋਵਾਂ ਪਰਿਵਾਰਾਂ ਵਿੱਚ ਪਹਿਲਾਂ ਵਾਲਾ ਮੇਲ ਮਿਲਾਪ ਨਾ ਰਿਹਾ। ਉਹਨਾਂ ਦੀ ਬੋਲਚਾਲ ਬੰਦ ਹੋ ਗਈ। ਸੋ ਚਾਹੇ ਉਹਨਾਂ ਦੀ ਸੁਲ੍ਹਾ ਸਫਾਈ ਹੋ ਵੀ ਗਈ ਸੀ, ਪਰ ਫਿਰ ਵੀ ਉਹਨਾਂ ਦੇ ਵਿੱਚ ਉਹ ਪਹਿਲਾਂ ਵਾਲੀ ਜਿਹੜੀ ਗੱਲਬਾਤ ਸੀ, ਪਹਿਲਾਂ ਵਾਲਾ ਆਪਸੀ ਪਿਆਰ ਸੀ, ਸਾਂਝ ਸੀ, ਉਹ ਖਤਮ ਹੋ ਚੁੱਕੀ ਸੀ। ਇਸ ਗੱਲ ਨੂੰ 4-5 ਮਹੀਨੇ ਹੋ ਗਏ ਸਨ। ਹੁਣ ਗਰਮੀਆਂ ਦੀਆਂ ਛੁੱਟੀਆਂ ਆਈਆਂ ਤਾਂ ਫਿਰ ਸੰਜੀਵ ਚੋਪੜਾ ਆਪਣੇ ਪੂਰੇ ਪਰਿਵਾਰ ਨਾਲ ਕਿਤੇ ਬਾਹਰ ਚਲਾ ਗਿਆ ਸੀ। ਇਸ ਵਾਰ ਜਾਣ ਤੋਂ ਪਹਿਲਾਂ ਨਾ ਤਾਂ ਅਰਚਨਾ ਨੇ ਵੰਦਨਾ ਨੂੰ ਇਹ ਦੱਸਿਆ ਕਿ ਉਹ ਕਿੱਥੇ ਅਤੇ ਕਿੰਨੇ ਦਿਨਾਂ ਵਾਸਤੇ ਜਾ ਰਹੇ ਹਨ, ਤੇ ਨਾ ਹੀ ਉਹਨੂੰ ਫੁੱਲਾਂ ਬੂਟਿਆਂ ਬਾਰੇ ਫੁੱਲ ਬੂਟਿਆਂ ਨੂੰ ਪਾਣੀ ਪਾਉਣ ਲਈ ਆਖਿਆ। ਸੋ ਲੜਾਈ ਝਗੜੇ ਤੋਂ ਬਾਅਦ ਉਹ ਦੁਬਾਰਾ ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ ਬਾਹਰ ਕਿਤੇ ਘੁੰਮਣ ਫਿਰਨ ਗਏ, ਚੋਪੜਾ, ਅਰਚਨਾ ਚੋਪੜਾ ਤੇ ਉਸਦੀ ਫੈਮਿਲੀ। ਪਰ ਹੁਣ ਉਹ ਪਹਿਲਾਂ ਦੀ ਤਰ੍ਹਾਂ ਵੰਦਨਾ ਨੂੰ ਦੱਸ ਕੇ ਨਹੀਂ ਗਏ ਕਿ ਉਹ ਬਾਹਰ ਜਾ ਰਹੇ ਹਨ ਤੇ ਕਿੰਨੇ ਸਮੇਂ ਲਈ ਜਾ ਰਹੇ ਨੇ, ਤੇ ਮਗਰੋਂ ਉਹਨਾਂ ਦੇ ਛੱਤ ਉੱਪਰ ਪਏ ਫੁੱਲਾਂ ਬੂਟਿਆਂ ਦਾ ਧਿਆਨ ਵੀ ਰੱਖਿਆ ਜਾਵੇ। ਸੋ ਵੰਦਨਾ ਨੂੰ ਇਸ ਗੱਲ ਦਾ ਗੁੱਸਾ ਸੀ ਕਿ ਅਰਚਨਾ ਉਸਨੂੰ ਆਕੜ ਦੀ ਮਾਰੀ ਨਹੀਂ ਆਖ ਕੇ ਗਈ, ਇਸ ਲਈ ਉਹ ਵੀ ਬੂਟਿਆਂ ਨੂੰ ਪਾਣੀ ਨਹੀਂ ਦੇਵੇਗੀ। ਇਸ ਕਰਕੇ ਉਸਨੇ ਇਹ ਮਨ ਦੇ ਵਿੱਚ ਧਾਰ ਲਿਆ ਕਿ ਜੇਕਰ ਉਸਨੇ ਮੈਨੂੰ ਦੱਸਿਆ ਹੀ ਨਹੀਂ ਤਾਂ ਉਹ ਬੂਟਿਆਂ ਨੂੰ ਪਾਣੀ ਹੁਣ ਨਹੀਂ ਦੇਵੇਗੀ। ਇਹ ਉਹੀ ਜਿਹੜਾ ਅਸੀਂ ਸਟਾਰਟਿੰਗ ਦੇ ਵਿੱਚ ਪੈਰਾਗ੍ਰਾਫ ਲੇਖਕ ਨੇ ਜਿੱਥੋਂ ਕਹਾਣੀ ਸ਼ੁਰੂ ਕੀਤੀ ਸੀ ਕਿ ਵੰਦਨਾ ਛੱਤ ਉੱਤੇ ਜਾ ਕੇ ਗਮਲਿਆਂ ਨੂੰ ਬਾਰ-ਬਾਰ ਦੇਖਦੀ ਤੇ ਉਸਨੂੰ ਲੱਗਦਾ ਸੀ ਕਿ ਹੁਣ ਗਮਲੇ ਜਿਹੜੇ ਆ ਦਿਨ ਬ ਦਿਨ ਕੁਮਲਾਏ ਜਾ ਰਹੇ ਹਨ, ਧੁੱਪ ਦੇ ਵਿੱਚ ਸੜ ਰਹੇ ਹਨ, ਸੁੱਕ ਰਹੇ ਹਨ, ਤੇ ਉਹ ਬਾਰਿਸ਼ ਦੀ ਉਮੀਦ ਤੇ ਬੈਠੀ ਹੋਈ ਸੀ ਕਿ ਸ਼ਾਇਦ ਬੱਦਲ ਆ ਜਾਣ ਤੇ ਇਹਨਾਂ ਨੂੰ ਪਾਣੀ ਮਿਲ ਜਾਵੇ, ਪਰ ਉਹ ਆਪ ਜਿਹੜਾ ਹੱਥੀਂ ਪਾਣੀ ਨਹੀਂ ਸੀ ਪਾਉਣਾ ਚਾਹੁੰਦੀ। ਪਹਿਲਾਂ ਤਾਂ ਉਹਨੇ ਸੋਚਿਆ ਕਿ ਸ਼ਾਇਦ ਕਿਸੇ ਦੂਜੇ ਗੁਆਂਢੀ ਨੂੰ ਕਹਿ ਕੇ ਗਈ ਹੋਵੇਗੀ, ਸ਼ਾਇਦ ਕੋਈ ਨਾ ਕੋਈ ਆ ਕੇ ਗਮਲਿਆਂ 'ਚ ਪਾਣੀ ਪਾ ਜਾਵੇਗਾ। ਫਿਰ ਉਹਨੇ ਵੇਖਿਆ ਕਿ 3-4 ਦਿਨ ਤੱਕ ਕਿਸੇ ਨੇ ਪਾਣੀ ਨਹੀਂ ਦਿੱਤਾ, ਬੂਟੇ ਕੁਮਲਾ ਰਹੇ ਹਨ। ਉਹ ਫਿਕਰਮੰਦ ਹੋ ਗਈ। ਸੋ ਉਸਨੇ ਮਨ ਦੇ ਵਿੱਚ ਇਹ ਵੀ ਸੋਚਿਆ ਕਿ ਸ਼ਾਇਦ ਉਹ ਮੈਨੂੰ ਨਹੀਂ ਕਹਿ ਕੇ ਗਈ ਤਾਂ ਕਿਸੇ ਹੋਰ ਗੁਆਂਢੀ ਨੂੰ ਕਹਿ ਗਈ ਹੋਵੇਗੀ ਕਿ ਉਸਦੇ ਗਮਲਿਆਂ ਦਾ ਪਿੱਛੋਂ ਖਿਆਲ ਰੱਖਣਾ, ਪਰ ਅਜਿਹਾ ਨਾ ਹੋਇਆ ਕਿਉਂਕਿ ਉਹ ਲਗਾਤਾਰ ਵੰਦਨਾ ਜਿਹੜੀ ਸੀ ਛੱਤ ਤੇ ਜਾ ਕੇ ਰੋਜ਼ ਬੂਟਿਆਂ ਨੂੰ ਵੇਖ ਰਹੀ ਸੀ। ਫਿਰ ਉਹ ਸੋਚਦੀ ਰਹੀ ਕਿ ਹੋ ਸਕਦਾ ਹੈ ਇਸ ਵਾਰ ਉਹ ਛੇਤੀ ਵਾਪਸ ਆ ਜਾਣ। ਇੱਕ ਦਿਨ ਅਸਮਾਨ ਤੇ ਛਾਈ ਘਟਾ ਨੂੰ ਵੇਖ ਕੇ ਉਸਨੇ ਸੋਚਿਆ ਸ਼ਾਇਦ ਅੱਜ ਭਲਕ ਮੀਂਹ ਹੀ ਆ ਜਾਵੇ ਅਤੇ ਬੂਟਿਆਂ ਨੂੰ ਪਾਣੀ ਦੇਣਾ ਹੀ ਨਾ ਪਵੇ। ਸੋ ਇੱਕ ਦਿਨ ਅਜਿਹਾ ਹੀ ਹੋਇਆ। ਅਸਮਾਨ ਦੇ ਉੱਪਰ ਬੱਦਲ ਛਾਏ ਹੋਏ ਸਨ ਤੇ ਉਸਨੇ ਇਹ ਅੰਦਾਜ਼ਾ ਲਗਾਇਆ ਕਿ ਜਾਂ ਅੱਜ ਜਾਂ ਭਲਕ ਤੋਂ ਭਾਵ ਹੈ ਆਉਣ ਵਾਲਾ ਕੱਲ। ਠੀਕ ਹੈ, ਸ਼ਬਦ ਅਰਥ ਨੋਟ ਕਰ ਲਓ ਇਹਨੂੰ। ਭਲਕ ਬੁੱਕ ਦੇ ਵਿੱਚ ਨਹੀਂ ਦਿੱਤਾ ਹੋਇਆ। ਭਲਕ ਦਾ ਮਤਲਬ ਹੈ ਆਉਣ ਵਾਲਾ ਕੱਲ, ਭਲਕੇ ਦੂਸਰੇ ਦਿਨ, ਕਿ ਸ਼ਾਇਦ ਮੀਂਹ ਆ ਜਾਵੇ ਤੇ ਉਸਨੂੰ ਫਿਰ ਪਾਣੀ ਨਹੀਂ ਦੇਣਾ ਪਵੇਗਾ ਤੇ ਪਾਣੀ ਆਪਣੇ ਆਪ ਹੀ ਬੂਟਿਆਂ ਨੂੰ ਮਿਲ ਜਾਵੇਗਾ। ਇੱਕ ਦਿਨ ਉਹਨੇ ਆਪਣੇ ਪਤੀ ਨੂੰ ਕਿਹਾ, ਹਾਏ ਵੇਖੋ ਅਰਚਨਾ ਦੇ ਸਾਰੇ ਪਲਾਂਟਸ ਸੁੱਕ ਰਹੇ ਨੇ। ਹਾਏ ਹੁਣ ਇੱਥੇ ਬੇਟਾ ਵਿਸਮਿਕ ਆ ਰਿਹਾ ਆ, ਹਾਏ ਤੋਂ ਭਾਵ ਆ ਸ਼ੋਕ। ਉਹ ਦੁੱਖ ਪ੍ਰਗਟ ਕਰ ਰਹੀ ਹੈ, ਅਫਸੋਸ ਪ੍ਰਗਟ ਕਰ ਰਹੀ ਹੈ ਕਿ ਦੇਖੋ ਉਹ ਅਰਚਨਾ ਦੇ ਜਿਹੜੇ ਫੁੱਲ ਬੂਟੇ ਨੇ, ਪੌਦੇ ਨੇ, ਉਹ ਸੁੱਕ ਰਹੇ ਨੇ, ਕੋਈ ਪਾਣੀ ਨਹੀਂ ਪਾ ਰਿਹਾ, ਮੈਂ ਤਾਂ ਆਪ ਨਹੀਂ ਪਾਉਂਦੀ ਪਾਣੀ, ਮੈਨੂੰ ਕਿਹੜਾ ਉਹ ਕਹਿ ਕੇ ਗਈ ਏ, ਤੇ ਜੇ ਉਹਦੇ 'ਚ ਇੰਨੀ ਆਕੜ ਏ ਤਾਂ ਉਹਦੇ ਪਲਾਂਟਸ ਸਾਡੇ ਕੀ ਲੱਗਦੇ ਨੇ, ਸੁੱਕਦੇ ਪਏ ਤਾਂ ਸੁੱਕਣ, ਸਾਨੂੰ ਕੀ। ਠੀਕ ਹੈ, ਇਸ ਤਰ੍ਹਾਂ ਉਹ ਵੀ ਆਪਣੀ ਥੋੜ੍ਹੀ ਆਕੜ ਦੇ ਵਿੱਚ ਰਹਿ ਕੇ ਇਹ ਗੱਲਬਾਤ ਜਿਹੜੀ ਹੈ ਆਪਣੇ ਪਤੀ ਦੇ ਨਾਲ ਕਰਦੀ ਹੈ। ਇੱਕ ਪਾਸੇ ਉਹ ਦੁੱਖ ਪ੍ਰਗਟ ਕਰ ਰਹੀ ਹੈ, ਪਰ ਦੂਜੇ ਪਾਸੇ ਉਹਨੂੰ ਆਕੜ ਵੀ ਮਹਿਸੂਸ ਹੁੰਦੀ ਹੈ ਥੋੜ੍ਹੀ ਜਿਹੀ ਕਿ ਜੇ ਉਹ ਸਾਨੂੰ ਕਹਿ ਕੇ ਨਹੀਂ ਗਈ ਤੇ ਫਿਰ ਅਸੀਂ ਕਿਉਂ ਉਸਦੇ ਬੂਟਿਆਂ ਦਾ ਧਿਆਨ ਰੱਖੀਏ। ਸੰਜੀਵ ਚੁੱਪਚਾਪ ਸੁਣਦਾ ਰਿਹਾ। ਸੰਜੀਵ ਨਹੀਂ ਆਉਣਾ, ਇੱਥੇ ਆਉਣਾ ਰਾਹੁਲ।
ਰਾਹੁਲ ਚੁੱਪਚਾਪ ਸੁਣਦਾ ਰਿਹਾ ਅਤੇ ਫਿਰ ਉਹ ਵੀ ਉਹਦੀ ਹਾਂ ਵਿੱਚ ਹਾਂ ਮਿਲਾਉਂਦਾ ਬੋਲਿਆ, ਆਪਾਂ ਕੀ ਲੈਣਾ ਏ ਉਹਦੇ ਬਗੀਚੇ ਤੋਂ, ਸੁੱਕ ਜਾਣ ਦੇ ਪਰਾਂ। ਉਦੋਂ ਕਿਵੇਂ ਬੋਲਦੀ ਸੀ, ਚਵਰ 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 ਚਵਰ, ਬਹੁਤ ਜ਼ਿਆਦਾ ਉੱਚੀ ਉੱਚੀ। ਜਦੋਂ ਵਿਅਕਤੀ ਬਹੁਤ ਜ਼ਿਆਦਾ ਉੱਚੀ ਉੱਚੀ ਬੋਲਦਾ ਹੋਵੇ ਤੇ ਉਸਨੂੰ ਇਹ ਵੀ ਧਿਆਨ ਨਹੀਂ ਰਹਿੰਦਾ ਕਿ ਉਹ ਕੀ ਕੁਝ ਬੋਲ ਰਿਹਾ ਹੈ, ਚੰਗਾ ਜਾਂ ਮਾੜਾ। ਚਵਰ ਚਵਰ, ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ, ਇਹ ਉਸਦਾ ਪਤੀ ਵੰਦਨਾ ਨੂੰ ਕਹਿ ਰਿਹਾ ਹੈ। ਪਰ ਵੰਦਨਾ ਛੱਤ ਉੱਤੇ ਜਾਂਦੀ ਤਾਂ ਉਹਨੂੰ ਸੁੱਕ ਰਹੇ ਬੂਟਿਆਂ ਨੂੰ ਵੇਖ ਕੇ ਤਰਸ ਆਉਣ ਲੱਗਦਾ, ਪਰ ਅਗਲੇ ਹੀ ਪਲ ਉਹਨੂੰ ਗੁੱਸਾ ਚੜ ਜਾਂਦਾ। ਮੈਂ ਕੀ ਲੈਣਾ ਏ, ਆਪਣੇ ਆਪ ਦੇ ਨਾਲ ਉਹ ਗੱਲਾਂ ਕਰਦੀ ਕਿ ਚਾਹੇ ਉਸਨੂੰ ਗੁੱਸਾ ਆ ਰਿਹਾ ਹੈ ਪਰ ਫਿਰ ਉਹ ਮਨ ਦੇ ਵਿੱਚ ਇਹ ਸੋਚਦੀ ਕਿ ਮੈਂ ਕੀ ਲੈਣਾ, ਬੂਟੇ ਸੁੱਕਦੇ ਆ ਤਾਂ ਸੁੱਕ ਜਾਣ। ਲਗਭਗ 1 ਹਫ਼ਤਾ ਹੋ ਗਿਆ ਇਸ ਗੱਲ ਨੂੰ, ਨਾ ਕਿਸੇ ਗਵਾਂਢੀ ਨੇ ਬੂਟਿਆਂ ਨੂੰ ਪਾਣੀ ਪਾਇਆ ਤੇ ਨਾ ਹੀ ਅਰਚਨਾ ਵਾਪਸ ਮੁੜੀ ਤੇ ਨਾ ਹੀ ਮੀਂਹ ਆਇਆ। ਸੋ ਉਸਦਾ ਜਿਹੜਾ ਕਿਆਸ ਸੀ, ਅੰਦਾਜ਼ਾ ਸੀ, ਉਹ ਵੀ ਦਿਨ ਬ ਦਿਨ ਗਲਤ ਹੁੰਦਾ ਗਿਆ। ਵੰਦਨਾ ਨੇ ਅਸਮਾਨ ਵੱਲ ਵੇਖਿਆ, ਅਸਮਾਨ ਸਾਫ਼ ਸੀ। ਬੱਦਲਾਂ ਦਾ ਕਿਧਰੇ ਨਾਮੋ ਨਿਸ਼ਾਨ ਨਹੀਂ ਸੀ। ਗਰਮੀ ਨਾਲ ਬੂਟੇ ਝੁਲਸ ਗਏ ਸਨ। ਝੁਲਸ ਤੋਂ ਭਾਵ ਹੁੰਦਾ ਹੈ ਸੜ ਜਾਣਾ, ਝੁਲਸ ਜਾਣਾ, ਸੜ ਜਾਣਾ, ਬਿਲਕੁਲ ਸੁੱਕ ਸੜ ਜਾਣਾ। ਕਈ ਛੋਟੇ ਬੂਟੇ ਬਿਲਕੁਲ ਸੁੱਕ ਗਏ ਸਨ। ਵੇਖ ਕੇ ਵੰਦਨਾ ਤੋਂ ਰਿਹਾ ਨਾ ਗਿਆ। ਉਹ ਮਨ ਤੋਂ ਬਹੁਤ ਜ਼ਿਆਦਾ ਦਿਆਲੂ ਸੀ। ਉਸਨੇ ਮਨ ਹੀ ਮਨ ਸੋਚਿਆ, ਐਵੇਂ ਗਿੱਲਾ ਪੀਹਣ ਨਹੀਂ ਪਾਈਦਾ। ਅਗੇਨ ਇੱਥੇ ਅਖਾਣ ਆਇਆ ਆ, ਮੁਹਾਵਰਾ ਆਇਆ ਆ, ਗਿੱਲਾ ਪੀਹਣ ਨਹੀਂ ਪਾਈਦਾ। ਤੁਸੀਂ ਕੀਤਾ ਹੀ ਹੋਇਆ ਆ, ਗੱਗੇ ਦੀ ਸੀਰੀਜ਼ ਦੇ ਵਿੱਚ ਗਿੱਲਾ ਪੀਹਣ ਪਾਉਣਾ, ਉਹ ਕੰਮ ਸ਼ੁਰੂ ਕਰਨਾ ਜਿਹੜਾ ਖਤਮ ਹੋਣ ਦੇ ਵਿੱਚ ਨਾ ਆਵੇ, ਜਾਂ ਕੰਮ ਨੂੰ ਲਟਕਾਈ ਰੱਖਣਾ। ਠੀਕ, ਚੱਲ ਹਊ ਛੱਡ ਪਰੇ। ਤੇ ਇੱਥੇ ਇਹਨੇ ਇਹ ਮੁਹਾਵਰਾ ਕਿਉਂ ਵਰਤਿਆ ਹੈ ਕਿ ਉਸਨੇ ਇਸ ਕੰਮ ਲਈ, ਭਾਵ ਬੂਟਿਆਂ ਨੂੰ ਪਾਣੀ ਦੇਣ ਲਈ ਬਹੁਤ ਲੰਮਾ ਸਮਾਂ ਉਡੀਕ ਕਰ ਲਈ ਹੈ। ਹੁਣ ਉਸਦੇ ਕੋਲੋਂ ਨਹੀਂ ਰਿਹਾ ਜਾਂਦਾ, ਉਹ ਇਸ ਨੂੰ ਪਾਣੀ ਦੇ ਕੇ ਇਸ ਕੰਮ ਨੂੰ ਇੱਥੇ ਹੀ ਖਤਮ ਕਰ ਦੇਵੇਗੀ। ਉਹਨੇ ਟੈਂਕੀ ਕੋਲ ਮੁੱਧੀ ਪਈ ਬਾਲਟੀ ਚੁੱਕੀ, ਮੁੱਧੀ ਉਲਟੇ ਮੂੰਹ ਪੈਣੀ, ਬਾਲਟੀ ਚੁੱਕੀ ਅਤੇ ਟੈਂਕੀ ਖੋਲ ਕੇ ਬੂਟਿਆਂ ਨੂੰ ਪਾਣੀ ਦੇਣ ਲੱਗ ਪਈ। ਅਖੀਰ ਉਸਦਾ ਦਿਲ ਜਿਹੜਾ ਸੀ ਉਹ ਪਸੀਜ ਗਿਆ। ਬਹੁਤ ਨਰਮ ਸੁਭਾਅ ਦੀ ਸੀ ਵੰਦਨਾ, ਤੇ ਉਹਨੇ ਸਾਰਾ ਕੁਝ ਭੁੱਲ ਭੁਲਾ ਕੇ ਟੈਂਕੀ ਦੇ ਕੋਲ ਬਾਲਟੀ ਚੁੱਕ ਕੇ ਬੂਟਿਆਂ ਨੂੰ ਪਾਣੀ ਪਾ ਦਿੱਤਾ। ਜਦੋਂ ਵੰਦਨਾ ਨੂੰ ਕਾਫੀ ਚਿਰ ਹੋ ਗਿਆ ਤਾਂ ਸੰਜੀਵ ਨੂੰ ਚਿੰਤਾ ਹੋਣ ਲੱਗੀ, ਰਾਹੁਲ ਨੂੰ ਚਿੰਤਾ ਹੋਣ ਲੱਗੀ ਕਿ ਵੰਦਨਾ ਸੁੱਕੇ ਕੱਪੜੇ ਉਤਾਰਨ ਗਈ, ਅਜੇ ਤੱਕ ਵਾਪਸ ਕਿਉਂ ਨਹੀਂ ਆਈ। ਵੰਦਨਾ ਨੂੰ ਵੇਖਣ ਉਹ ਛੱਤ ਉੱਤੇ ਗਿਆ। ਉਹ ਗਮਲਿਆਂ ਨੂੰ ਪਾਣੀ ਪਾ ਰਹੀ ਵੰਦਨਾ ਨੂੰ ਵੇਖ ਕੇ ਹੱਕਾ ਬੱਕਾ ਰਹਿ ਗਿਆ। ਹੱਕਾ ਬੱਕਾ, ਹੈਰਾਨ ਰਹਿ ਜਾਣਾ। ਇਸ ਤੋਂ ਪਹਿਲਾਂ ਕਿ ਉਹ ਵੰਦਨਾ ਨੂੰ ਕੁਝ ਕਹਿੰਦਾ, ਉਹ ਰਾਹੁਲ ਨੂੰ ਵੇਖ ਕੇ ਬੋਲੀ, ਮੈਂ ਸੋਚਿਆ ਉਹ ਤਾਂ ਹੈ ਹੀ ਇਹੋ ਜਿਹੇ, ਆਪਣੀ ਲੜਾਈ ਤਾਂ ਉਹਨਾਂ ਨਾਲ ਹੋਈ ਏ, ਇਹਨਾਂ ਵਿਚਾਰੇ ਪਲਾਂਟਸ ਨਾਲ ਤਾਂ ਸਾਡੀ ਕੋਈ ਦੁਸ਼ਮਣੀ ਨਹੀਂ। ਇਸ ਲਾਈਨ ਨੂੰ ਅੰਡਰਲਾਈਨ ਕਰੋ। ਇਸ ਲਾਈਨ ਦੇ ਜ਼ਰੀਏ ਹੀ ਲੇਖਕ ਨੇ ਇਸ ਕਹਾਣੀ ਦਾ ਨਾਮ ਜਿਹੜਾ ਹੈ ਉਹ ਦੁਸ਼ਮਣੀ ਰੱਖਿਆ। ਸੁਣ ਕੇ ਸੰਜੀਵ ਵਾਹ ਵਾਹ ਕਰਦਾ ਮੁਸਕਰਾਉਣ ਲੱਗਾ। ਇਸ ਤਰ੍ਹਾਂ ਰਾਹੁਲ ਜਿਹੜਾ ਸੀਗਾ ਉਸ ਦੀ ਗੱਲ ਸੁਣ ਕੇ ਉਸ ਦੀ ਪ੍ਰਸ਼ੰਸਾ ਕਰਨ ਲੱਗ ਪਿਆ ਕਿ ਵਾਹ ਵਾਹ, ਤੂੰ ਤਾਂ ਕਮਾਲ ਹੈ। ਠੀਕ ਹੈ ਜੀ, ਇਹ ਸੀ ਸਾਡੀ ਕਹਾਣੀ ਦੁਸ਼ਮਣੀ, ਜਿਸ ਦੇ ਵਿੱਚ ਲੇਖਕ ਨੇ ਜੀਵਨ ਦੇ ਵਿੱਚ ਸਾਡੇ ਪੌਦਿਆਂ ਦੀ ਮਹੱਤਤਾ ਨੂੰ ਦਰਸਾਉਣ ਦਾ ਯਤਨ ਕੀਤਾ ਹੈ। ਠੀਕ ਹੈ, ਚਾਹੇ ਅਸੀਂ ਇਹਦੇ ਵਿੱਚ ਦੇਖਿਆ ਕਿ ਦੋਨੋਂ ਜਿਹੜੇ ਪਰਿਵਾਰ ਸੀਗੇ ਉਹਨਾਂ ਦੇ ਵਿੱਚ ਆਪਸੀ ਕਾਫੀ ਸਾਂਝ ਸੀਗੀ, ਇੱਕ ਦੂਜੇ ਦਾ ਉਹ ਧਿਆਨ ਰੱਖਦੇ ਸੀ, ਉਸਦੇ ਜਿਹੜੇ ਅਰਚਨਾ ਦੇ ਦੁਆਰਾ ਲਗਾਏ ਹੋਏ ਪੌਦਿਆਂ ਦਾ ਵੀ ਧਿਆਨ ਰੱਖਦੀ ਸੀ। ਪਰ ਇੱਕ ਛੋਟੀ ਜਿਹੀ ਤਕਰਾਰ ਦੇ ਕਰਕੇ ਉਹਨਾਂ ਦੇ ਵਿੱਚ ਆਪਸੀ ਮਤਭੇਦ ਜਿਹੜੇ ਸੀਗੇ ਉਹ ਪੈਦਾ ਹੋ ਗਏ। ਸੋ ਇਸ ਕਹਾਣੀ ਦੇ ਜ਼ਰੀਏ ਸਾਨੂੰ ਸਿੱਖਿਆ ਇਹ ਮਿਲਦੀ ਹੈ ਕਿ ਸਾਨੂੰ ਆਪਣੇ ਆਪਸੀ ਮਤਭੇਦਾਂ ਨੂੰ ਕਿਸੇ ਚੰਗੇ ਕੰਮ ਦੇ ਵਿਚਕਾਰ ਨਹੀਂ ਲਿਆਉਣਾ ਚਾਹੀਦਾ। ਠੀਕ ਹੈ, ਜੇਕਰ ਵਿਸ਼ੇ ਦੀ ਗੱਲ ਕੀਤੀ ਜਾਵੇ ਤਾਂ ਵਿਸ਼ਾ ਹੈ ਕੁਦਰਤ ਪ੍ਰਤੀ ਆਪਣੇ ਆਪ ਨੂੰ ਸਮਰਪਿਤ ਕਰਨਾ। ਕੁਦਰਤ ਪ੍ਰਤੀ ਮਨੁੱਖ ਦੇ ਦੁਆਰਾ ਆਪਣੇ ਆਪ ਨੂੰ ਸਮਰਪਿਤ ਕਰਨਾ। ਅਗਰ ਜੇ ਕਹਾਣੀ ਦਾ ਵਿਸ਼ਾ ਆਉਂਦਾ ਹੈ ਤੁਹਾਨੂੰ ਲਿਖਣ ਲਈ ਤਾਂ ਤੁਸੀਂ ਇਸ ਵਿਸ਼ੇ ਨੂੰ ਐਕਸਪਲੇਨ ਕਰੋਗੇ। ਸੋ ਇਹ ਸੀ ਜੀ ਕਹਾਣੀ।
ਉਸ ਤੋਂ ਬਾਅਦ ਬੇਟਾ ਤੁਹਾਡੇ ਅਭਿਆਸ ਦੇ ਪ੍ਰਸ਼ਨ ਉੱਤਰ ਹੈ ਉਹ ਤੁਸੀਂ ਕਰਨੇ ਆ ਆਪਣੇ ਆਪ ਆਪਣੀ ਕਾਪੀਜ਼ ਦੇ ਉੱਪਰ। पेज नंबर 36 ਤੇ 1 to 8 क्वेश्चन ਸਾਰੇ 1 वर्ड और 2 मार्क्स ਦੇ क्वेश्चन है और ज़्यादा एक्सप्लेनेशन नहीं है, ਤੁਸੀਂ ਇਹੀ ਸਾਰੇ ਕਰਨੇ ਆ। ਉਸ ਤੋਂ ਬਾਅਦ ਮੈਂ ਬੈਕ ਐਕਸਰਸਾਈਜ਼ ਡਿਸਕਸ ਕਰਾਂਗੀ ਤੁਹਾਡੇ ਨਾਲ पेज नंबर 37 ਤੇ। ਐੜਾ ਭਾਗ ਜਿਹੜੇ ਵੈਰੀ ਸ਼ਾਰਟ ਗ੍ਰਾਮਰ क्वेश्चन ਹੈ ਉਸ ਨੂੰ ਡਿਸਕਸ ਕਰਾਂਗੀ। ਹੇਠ ਲਿਖੇ ਨਿਰਦੇਸ਼ਾਂ ਅਨੁਸਾਰ ਉੱਤਰ ਦਿਓ। ਫਸਟ क्वेश्चन ਹੈ ਸਾਡੇ ਕੋਲ, ਕਹਾਣੀ ਵਿੱਚ ਹਾਏ ਤੇ ਵਾਹ ਵਾਹ ਵਰਗੇ ਵਿਸਮਿਕ ਸ਼ਬਦ ਵਰਤੇ ਗਏ ਹਨ, ਇਹੋ ਜਿਹੇ ਹੋਰ ਵਿਸਮਿਕ ਸ਼ਬਦਾਂ ਦੀ ਸੂਚੀ ਬਣਾਓ। ਇਹ ਤੁਸੀਂ ग्रामर एक्टिविटी के तौर पर करना है, यही ਤੁਹਾਡਾ होमवर्क है, दोनों अभ्यास के प्रश्न, ठीक है 1 to 8 और ਐੜਾ भाग ਜਿਹੜਾ क्वेश्चन बोल रही हाँ मैं हुणी कि विस्मिक शब्दों की सूची बनानी। जिस तरह ये ਆਪਾਂ ਹਾਏ ਤੇ ਵਾਹ ਵਾਹ ਉਹਨਾਂ ਨੇ 2 ਐਗਜ਼ਾਮਪਲਸ ਦਿੱਤੀਆਂ ਨੇ, ਉਦਾਹਰਨਾਂ ਦਿੱਤੀਆਂ। ਇਸੇ ਤਰ੍ਹਾਂ ਅਸੀਂ ਹੁਣੇ ਹੀ पेज नंबर 35 ਤੇ ਪੜ੍ਹ ਕੇ ਹਟੇ ਹਾਂ ਚਵਰ ਚਵਰ, ठीक है ਚਵਰ ਚਵਰ, ਫਿਰ ਵਾਹ ਵਾਹ ਉਹ ਐਕਸਪਲੇਨ ਹੈਗਾ ਹੀ ਹੈ। ਇਸ ਤੋਂ ਇਲਾਵਾ ਹੋਰ 3 ਜਾਂ 4 ਸ਼ਬਦ ਜਿਹੜੇ ਆ ਤੁਸੀਂ ਆਪਣੇ ਪਾਠ ਦੇ ਵਿੱਚੋਂ ਲੱਭਣੇ ਨੇ ਤੇ ਆਪਣੀ ਨੋਟਬੁੱਕ ਤੇ ਉਸ ਨੂੰ ਸੋਲਵ ਕਰਨਾ ਆ। ਸੈਕਿੰਡ ਕੁਐਸਚਨ ਹੈ, ਹੇਠ ਲਿਖੇ ਵਿਸਮਿਕ ਵਾਕ ਦੀ ਕਿਸਮ ਦੱਸੋ। सुनो जी इन्हां पौदियां दी भी पुकार सुनो। सुनो जी असी किसी नूं बुला रहे हैं पर इत्थे संबोधनी वाचक नहीं आऊगा, वो कोई गल जिहड़ी है सानू उहदे ते गौर करन लई आख रही है। सुनो जी इन्हां पौदियां दी भी पुकार सुनो। 3 ऑप्शनस दित्तियां ने साडे कोल, सूचनावाचक, इच्छावाचक, सत्कारवाचक। तां साडा आंसर की होएगा इहदे विच सूचनावाचक। टिक कर लो इसनूं सूचनावाचक। नैक्सट है ईड़ी भाग, हेठ लिखियां विचों सही समासी शब्द किहड़ा है। 4 ऑप्शन दित्तियां होईयां ने। फस्ट हैगा नवीं टैंकी, विच समासी चिन्ह लगा है। उच्ची उच्ची, 1000 लीटर, काफ़ी चिर। ये जिहड़े 3 बाकी दे जिहड़े शब्द है, नवीं टैंकी, 1000 लीटर, काफ़ी चिर, इन्हां दा आपस दे विच कोई भी मेल जोड़ नहीं है। ये सारे अलग अलग जिहड़े शब्द है अपने आप दे विच कोई ना कोई अर्थ रखते हैं, पर इन्हां दे विच कदे भी असीं समासी शब्द लगा के इन्हां नूं समास नहीं बनाउंदे, सगों सिर्फ साडा जिहड़ा मिलते जुलते शब्द है ऐड़ा भाग जिहड़ा इस दे विचों आंसर आएगा उच्ची उच्ची। इस तरह क्वेश्चन नंबर 2, कहानी विचों समासी शब्द लभ के उन्हां दे वाक बनाओ। पेपर दे विच वाक नहीं आउंदे, सिर्फ तुहानूं समासी शब्द बनाउण लई ही किहा जावेगा। सो 4 ਜਾਂ 5 ਜਿਹੜੇ समासी शब्द है वो तुसी अपने नोटबुक के उपर लिखने ने। नैक्सट है क्वेश्चन नंबर स भाग, हेठां दिते अखाणा नूं पूरा करो। जिस तन डैश सो तन जाने। ऑलरेडी आपां बुक दे विच पढ़ चुके हैं, कर चुके हैं। फस्ट ऑप्शन है दर्द, सैकेंड थकावट, तीसरा लागे, चौथा गंदगी। कहण तो भाव जिस तन लागे सो तन जाने, लागे शब्द आएगा। सैकेंड शब्द है साडे कोल छज तां बोले डैश भी बोले। ऊड़ा भाग है छाननी, ऐड़ा कुंडा, थर्ड तौड़ा और ससा भाग है छिक्का। ठीक है, आंसर आएगा छज तां बोले, छाननी भी बोले। ठीक। नैक्सट क्वेश्चन नंबर 3, किसी गल नूं होर वधाउण तों रोकण लई किहड़े अखाण की वरतों की जाती है। 4 अखाण दिते हुए ने, सानूं उहदी एक्सप्लेनेशन दिती है कि किसी गल नूं होर वधाउण तों रोकण लई। खंभां दी डार बनदी है, गिला पीहण नहीं पाईदा, सैकेंड नंबर। थर्ड है गल पिया ढोल वजाउणा ही पैंदा है, और नंबर 4 ज्यों ज्यों भिजे कंबली त्यों त्यों भारी होए। आंसर इहदे विचों तुहानूं पता ही है, ऐड़ा भाग गिला पीहण नहीं वधाईदा पाईदा। ठीक है, गिला पीहण नहीं पाईदा कहण तो भाव आ कि जदों किसी गल नूं होर अगे वधाउण तों रोकण की कोशिश की जाए, जां वो काम शुरू कर रखना जिसनूं खत्म होण दे विच ही जिहड़ा ना आवे। नैक्सट पेज नंबर 38 हाहा भाग
ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਵਿਕਲਪ ਚੁਣੋ। ਫਸਟ ਨੰਬਰ ਹੈ ਸਭ। ਅਗੇਤਰ ਦਾ ਸਹੀ ਸ਼ਬਦ ਚੁਣੋ। ਸਬਜੈਕਟ ਊੜਾ ਭਾਗ ਐੜਾ ਹੈ ਸ਼ਬਦਾਵਲੀ, ਈੜੀ ਸਬ ਇੰਸਪੈਕਟਰ ਅਤੇ ਚੌਥਾ ਸਬ ਬੱਦਲ। ਹੁਣ ਆਨਸਰ ਆਏਗਾ, ਅਸੀਂ ਅੱਗੇ ਵੀ ਜਦੋਂ ਅਗੇਤਰ ਕਰਦੇ ਹਾਂ, ਪਿਛੇਤਰ ਕਰਦੇ ਹਾਂ ਤਾਂ ਇਸ ਸਿਧਾਂਤ ਦੇ ਅਨੁਸਾਰ, ਇਸ ਰੂਲ ਦੇ ਅਕੋਰਡਿੰਗ ਕਿ ਸਭ ਅਗੇਤਰ ਹੈ ਤੇ ਉਸ ਦੇ ਨਾਲ ਅਜਿਹਾ ਮੂਲ ਸ਼ਬਦ ਲਗਾਉਣਾ ਜਿਸ ਦਾ ਆਪਣੇ ਆਪ ਦੇ ਵਿੱਚ ਵੀ ਕੋਈ ਅਰਥ ਹੋਵੇ। ਠੀਕ ਹੈ, ਫਸਟ ਸਬਜੈਕਟ ਜੈਕਟ ਸ਼ਬਦ ਨਹੀਂ ਆਊਗਾ, ਸ਼ਬਦਾਵਲੀ ਵਲੀ ਨਹੀਂ ਆਊਗਾ। ਚੌਥਾ ਜਿਹੜਾ ਸ਼ਬਦ ਹੈ ਸਬ ਬੱਦਲ, ਅਸੀਂ ਕਦੀ ਵੀ ਸਬ ਬੱਦਲ ਸ਼ਬਦ ਦੀ ਵਰਤੋਂ ਜਿਹੜੀ ਹੈ ਨਹੀਂ ਕਰਦੇ। ਸਹੀ ਆਨਸਰ ਸਾਡੇ ਕੋਲ ਹੈ ਸਬ ਇੰਸਪੈਕਟਰ। ਨੈਕਸਟ ਨੰਬਰ ਸੈਕਿੰਡ ਹੈ ਗੈਰ। ਗੈਰ ਅਗੇਤਰ ਵਾਲਾ ਸਹੀ ਸ਼ਬਦ ਚੁਣੋ। ਗੈਰ ਸਰਕਾਰੀ, ਗੈਰ ਚੌਰਾਹਾ, ਗੈਰਤ, ਗੈਰਾਜ। ਠੀਕ ਹੈ, ਤਿੰਨੋਂ ਆਪਸ਼ਨਸ ਐੜਾ ਈੜੀ ਸੱਸਾ ਜਿਹੜੀਆਂ ਉਹ ਗਲਤ ਹੈਗੀਆਂ। ਆਪਸ਼ਨ ਸਹੀ ਹੈਗੀ ਹੈ ਸਾਡੇ ਕੋਲ ਊੜਾ ਭਾਗ ਗੈਰ ਸਰਕਾਰੀ। ਨੈਕਸਟ ਨੰਬਰ ਥਰਡ ਹੈ ਤਾਈ। ਪਿਛੇਤਰ ਸ਼ਬਦ ਦਾ ਸਹੀ ਸ਼ਬਦ ਚੁਣੋ। ਸਖਤਾਈ, ਸ਼ਰਮਾਈ, ਮੂਰਖਤਾਈ, ਸਿੱਖਿਆਤਾਈ। ਆਪਾਂ ਸ਼ਰਮਾਈ ਵਰਡ ਬੋਲਦੇ ਜ਼ਰੂਰ ਹਾਂ, ਪਰ ਜਦੋਂ ਇਹਨਾਂ ਨੂੰ ਅਲੱਗ ਕਰਾਂਗੇ ਤਾਂ ਉਹ ਸ਼ਰ ਤੇ ਮਾਈ ਅਲੱਗ-ਅਲੱਗ ਬਣ ਜਾਣ। ਸ਼ਰ ਸ਼ਬਦ ਦਾ ਆਪਣੇ ਆਪ ਦੇ ਵਿੱਚ ਮੂਲ ਨਹੀਂ ਹੈ, ਅਰਥ ਨਹੀਂ ਹੈ। ਸਿੱਖਿਆਤਾਈ, ਸਿੱਖਿਆਤਾਈ ਸ਼ਬਦ ਸਿੱਖਿਆ ਜ਼ਰੂਰ ਵਰਤਿਆ ਜਾਂਦਾ ਹੈ, ਪਰ ਜਦੋਂ ਇਸ ਨੂੰ ਅਸੀਂ ਇਕੱਠਾ ਜਿਹੜਾ ਸ਼ਬਦ ਹੈ ਜੇਕਰ ਇਹਦਾ ਉਚਾਰਨ ਕਰੀਏ ਤਾਂ ਉਹ ਆਪਣੇ ਆਪ ਦੇ ਵਿੱਚ ਸਹੀ ਪੂਰਨ ਅਰਥ ਜਿਹੜਾ ਆ ਉਹ ਨਹੀਂ ਰੱਖਦਾ। ਸਿੱਖਿਆਤਾਈ ਕਦੇ ਵੀ ਸ਼ਬਦ ਜਿਹੜਾ ਆ ਨਹੀਂ ਵਰਤਿਆ ਜਾਂਦਾ, ਇਸ ਕਰਕੇ ਇਹ ਸ਼ਬਦ ਪਹਿਲਾਂ ਹੀ ਗਲਤ ਹੈ। ਔਰ ਸਖਤਾਈ ਊੜਾ ਭਾਗ ਜਿਹੜਾ ਹੈ ਇਹ ਵੀ ਇਸੇ ਤਰ੍ਹਾਂ ਹੈ। ਸਖਤਾਈ ਸ਼ਬਦ ਵੈਸੇ ਬੋਲਿਆ ਜਾਂਦਾ ਹੈ, ਪਰ ਜੇ ਇਹਨਾਂ ਨੂੰ ਅਸੀਂ ਨਿਖੇੜਦੇ ਹਾਂ, ਅਲੱਗ-ਅਲੱਗ ਕਰਦੇ ਹਾਂ ਤਾਂ ਸਾਡੇ ਕੋਲ ਪਿਛੇਤਰ ਤਾਈ ਸ਼ਬਦ ਰਹਿ ਕੇ ਮੂਹਰੇ ਮੂਲ ਸ਼ਬਦ ਜਿਹੜਾ ਉਹ ਸਖ ਬਣਦਾ ਹੈ। ਇਸ ਕਰਕੇ ਇਹ ਸ਼ਬਦ ਗਲਤ ਹੈ ਤੇ ਸਹੀ ਆਪਸ਼ਨ ਸਾਡੇ ਕੋਲ ਮੂਰਖਤਾਈ। ਇਹਨਾਂ ਦੋਨਾਂ ਮੂਰਖਤਾਈ ਸ਼ਬਦ ਦੀ ਵਰਤੋਂ ਅਸੀਂ ਆਮ ਬੋਲਚਾਲ ਦੀ ਭਾਸ਼ਾ ਦੇ ਵਿੱਚ ਜ਼ਰੂਰ ਕਰਦੇ ਹਾਂ, ਤੇ ਜਦੋਂ ਇਹਨਾਂ ਨੂੰ ਨਿਖੇੜਦੇ ਵੀ ਹਾਂ, ਪਿਛੇਤਰ ਵੱਖ ਕਰਦੇ ਹਾਂ ਜਾਂ ਮੂਲ ਸ਼ਬਦ ਅਲੱਗ ਕਰਦੇ ਹਾਂ ਤਾਂ ਦੋਨਾਂ ਦਾ ਆਪਣੇ ਆਪ ਦੇ ਵਿੱਚ ਕੋਈ ਨਾ ਕੋਈ ਅਰਥ ਹੈ। ਨੈਕਸਟ ਹੈ ਆਲੂ। ਪਿਛੇਤਰ ਵਾਲਾ ਸਹੀ ਸ਼ਬਦ ਚੁਣੋ। ਦਿਆਲੂ, ਚਾਲੂ, ਜਾਦੂਗਰਾਲੂ ਔਰ ਭੁਖੜਾਲੂ। ਤਾਂ ਆਨਸਰ ਸਹੀ ਆਪਸ਼ਨ ਹੈ ਸਾਡੇ ਕੋਲ ਦਿਆਲੂ। ਇਹ ਸੀ ਜੀ ਤੁਹਾਡਾ ਚੈਪਟਰ ਦੁਸ਼ਮਣੀ ਇਕਾਂਗੀ ਕਹਾਣੀ। ਇਸ ਤਰ੍ਹਾਂ ਇਹ ਤੁਹਾਡੇ ਹੋਮਵਰਕ ਨੇ, ਅਭਿਆਸ ਦੇ ਪ੍ਰਸ਼ਨ 1 to 8 ਔਰ ਐੜਾ ਭਾਗ ਤੇ ਈੜੀ ਭਾਗ ਵਿਆਕਰਣ ਦੇ, ਜੋ ਕਿ ਤੁਸੀਂ ਆਪਣੀ ਗ੍ਰਾਮਰ ਐਕਟੀਵਿਟੀ ਦੇ ਤੌਰ ਤੇ ਆਪਣੀ ਨੋਟਬੁੱਕਸ ਦੇ ਉੱਪਰ ਸੋਲਵ ਕਰਨੇ ਨੇ। ਥੈਂਕ ਯੂ।